ਜੈਵੰਸ਼ ਜੀ ਦਾ ਰੁਖ ਕਰਦਾ ਹੈ, ਉਸ ਤੋਂ ਬਾਅਦ ਪੀਰ ਮੁਹੰਮਦ ਜੀ ਕੋਲ ਜਾਵਾਂਗਾ। ਜੈਵੰਸ਼ ਜੀ, ਫਾਰਮੂਲਾ ਦੇਸ਼ ਦੇ ਵਿੱਚ ਕਿਤੇ ਲਾਗੂ ਨਹੀਂ ਹੋਇਆ, ਸਰਕਾਰ ਦਾਵਾ ਕਰ ਰਹੀ ਹੈ, ਕਹਿੰਦੇ ਅਸੀਂ ਕਰ ਦਿੱਤਾ। ਦਮਦਾਰ ਨਜ਼ਰ ਆ ਰਿਹਾ ਬੀਜੇਪੀ ਨੂੰ? ਹਾਂਜੀ, ਥੈਂਕ ਯੂ ਗੌਰਵ ਜੀ। ਦੇਖੋ, ਪਹਿਲੀ ਗੱਲ ਤੇ ਮੈਂ ਮੰਨਣਾ ਆਪਣੇ ਸੁਖਦੇਵ ਜੀ ਦੇ ਵਾਂਗੂ ਕਿ ਅਗਰ ਕੋਈ ਨਵਾਂ ਕੁਝ ਕੋਸ਼ਿਸ਼ ਕੀਤੀ ਹੈ ਤੇ ਬਾਅਦ 'ਚ ਹੀ ਪਤਾ ਲੱਗੇਗਾ ਕਿ ਉਹ ਸਕਸੈਸਫੁਲ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਤੇ ਅੱਜ ਤੇ ਅਸੀਂ ਐਵੇਂ ਹੀ ਕਰ ਰਹੇ ਹਾਂ, ਪਰ ਮੈਨੂੰ ਐਕਚੁਅਲੀ ਪੂਰੀ ਤਰ੍ਹਾਂ ਸਮਝ ਨਹੀਂ ਆਇਆ, ਕਿਉਂਕਿ ਸਾਰੀ ਜਿਹੜੀ ਲੈਂਡ ਦੀ ਪੂਰੀ ਜਿਹੜੀ ਸੈਂਕਸ਼ਨਸ ਨੇ ਉਹ ਤੇ ਪਹਿਲੇ ਹੀ ਹੋ ਜਾਣੀਆਂ ਨੇ, ਤੇ ਉਹਦੇ ਬਾਅਦ ਇਹਨਾਂ ਨੂੰ ਇੱਕ ਹਰਾ ਕਾਗਜ਼ ਦੇ ਕੇ ਤੇ ਉਹਦਾ ਫਾਇਦਾ ਕੀ ਹੋਏਗਾ? ਪ੍ਰੋਬਲਮ ਤੇ ਉਦੋਂ ਪੈਂਦੀ ਹੈ ਜਦੋਂ ਤੁਸੀਂ ਸੈਂਕਸ਼ਨਸ ਲੈਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਤੇ ਉਹ ਹਰਾ ਕਾਗਜ਼ ਦੇ ਕੇ ਮੈਨੂੰ ਲੱਗਦਾ ਹੈ ਪੂਰਾ ਆਪਟਿਕਸ ਹੈ। ਤੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਇੱਥੇ ਹੁਣ ਬੜਾ ਇਹਨਾਂ ਦੋਵਾਂ ਨੇ ਇਹਨਾਂ ਦੀ ਬਹਿਸ ਹੋ ਗਈ। ਚਲੋ, ਕਾਂਗਰਸ ਦੇ ਟਾਈਮ ਕੁਛ ਆਇਆ ਕਿ ਨਹੀਂ ਆਇਆ ਉਹਨੂੰ ਤੇ ਛੱਡੋ, ਪਰ 1 ਸਾਲ 3-4 ਮਹੀਨੇ ਹੋ ਗਏ ਨੇ, ਹਜੇ ਤੱਕ ਆਮ ਆਦਮੀ ਪਾਰਟੀ ਦਾ ਕੁਛ ਨਹੀਂ ਆਇਆ। ਤੇ ਇਹਦਾ ਛਾਲਾ ਮਾਰ ਕੇ ਕਹਿਣਾ ਕਿ ਅਸੀਂ ਬੜੇ ਤਗੜੇ ਹਾਂ, ਉਦੋਂ ਹੀ ਕਹਿਣ ਜਦੋਂ ਕੁਛ ਇੱਥੇ ਆ ਜਾਏਗਾ। ਠੀਕ ਹੈ, ਇਹ ਦੂਸਰਾ ਪੁਆਇੰਟ ਹੈ। ਤੀਸਰਾ ਪੁਆਇੰਟ ਮੈਂ ਇਹ ਕਹਿ ਰਿਹਾ ਕਿ ਅੱਗਾ ਦੌੜ ਤੇ ਪਿੱਛਾ ਚੌੜ, ਕਦੀ ਛੋਟੇ ਹੁੰਦੇ ਸੁਣਦੇ ਸੀਗੇ ਅਸੀਂ ਐਸੇ ਮੁਹਾਵਰੇ। ਤੁਹਾਡੇ ਜਿਹੜੇ ਇੱਥੇ MSME ਲੁਧਿਆਣੇ ਨੂੰ ਮੈਨਚੈਸਟਰ ਆਫ ਇੰਡੀਆ ਬੁਲਾਇਆ ਜਾਂਦਾ ਸੀਗਾ, ਇਹਦੇ ਵਿੱਚ ਕਾਂਗਰਸ ਵੀ ਇਨਵੋਲਡ ਹੈ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ ਵੀ ਇਨਵੋਲਡ ਹਾਂ। ਅਸੀਂ ਡਿਬੇਟ ਨੂੰ ਖੋਲੀਏ। ਲੁਧਿਆਣੇ ਨੂੰ ਮੈਨਚੈਸਟਰ ਬੁਲਾਇਆ ਜਾਂਦਾ ਸੀ, ਬਟਾਲਾ ਦੇ ਵਿੱਚ ਮਸ਼ੀਨ ਟੂਲ ਦੀਆਂ ਫੈਕਟਰੀਆਂ ਸੀਗੀਆਂ, ਬੰਦੀ ਗੋਬਿੰਦਗੜ੍ਹ ਦੇ ਵਿੱਚ ਫਰਨੇਸਿਸ ਸੀਗੀਆਂ, 300 ਫਰਨੇਸ ਤੋਂ 150 ਹੋ ਗਏ। ਤੁਸੀਂ ਆਪਣੇ ਜਿਹੜੇ ਇੱਥੇ ਤੁਹਾਡੇ ਤੇ ਵੀ ਆਰ ਦ ਬੈਸਟ ਐਂਟਰਪ੍ਰੀਨਰਸ ਆਫ ਦ ਵਰਲਡ, ਪੰਜਾਬੀ ਜਿਹੜੇ ਨੇ ਉਹ ਬੈਸਟ ਐਂਟਰਪ੍ਰੀਨਰਸ ਨੇ। ਤੁਸੀਂ ਆਪਣੇ ਐਂਟਰਪ੍ਰੀਨਰਸ ਨੂੰ ਕੁਝ ਦੇਣ ਵਾਸਤੇ ਤਿਆਰ ਨਹੀਂ, ਉਹਨਾਂ ਦਾ ਕੰਮ ਜਿਹੜਾ ਉਹ ਠੀਕ ਕਰਨ ਵਾਸਤੇ ਤੁਸੀਂ ਤਿਆਰ ਨਹੀਂ, ਉਹਨਾਂ ਦੀਆਂ ਜਿਹੜੀਆਂ ਬੰਦ ਫੈਕਟਰੀਜ਼ ਨੇ ਉਹਨਾਂ ਨੂੰ ਖੋਲਣ ਵਾਸਤੇ ਤਿਆਰ ਨਹੀਂ। ਨਵੀਂ ਜ਼ਮੀਨ ਦੀ ਕੀ ਜ਼ਰੂਰਤ ਹੈ? ਤੁਸੀਂ ਪਹਿਲੀਆਂ ਫੈਕਟਰੀਆਂ ਹੀ ਖੋਲ ਦਿਓ, ਜਾਂ ਜਿਹੜੀ ਪਹਿਲੀਆਂ ਫੈਕਟਰੀਆਂ ਹੈਗੀਆਂ ਨੇ ਅਗਰ ਉਹ ਨਹੀਂ ਚੱਲ ਰਹੀਆਂ ਨੇ ਬਿਕੋਜ਼ ਆਫ ਸਰਟਨ ਕੰਪੀਟੀਸ਼ਨ, ਤੇ ਉਹਨਾਂ ਨੂੰ ਕਹੋ ਕਿ ਆਪਣਾ ਟ੍ਰੇਡ ਚੇਂਜ ਕਰਨ। ਤੇ ਪਰ ਨੋਡਲ ਸੈਂਟਰ ਜਿਹੜਾ ਉਹਨੂੰ ਤੇ ਉੱਥੇ ਹੀ ਰੱਖੋ ਨਾ ਜੀ। ਉਹ ਤੇ ਅਸੀਂ ਕੀਤਾ ਨਹੀਂ। ਫਿਰ ਇੰਡਸਟਰੀ ਨੂੰ ਜੋ ਦੇਣਾ ਚਾਹੀਦਾ ਹੈ। ਸਭ ਤੋਂ ਵੱਡੀ ਪ੍ਰੋਬਲਮ ਇੰਡਸਟਰੀ ਦੀ ਹੈਗੀ ਹੈ ਬਿਜਲੀ ਦੀ। ਬਿਜਲੀ ਤੁਸੀਂ ਦੇ ਨਹੀਂ ਸਕਦੇ। ਲਾਅ ਐਂਡ ਆਰਡਰ ਤੁਹਾਡਾ ਬਿਲਕੁਲ ਡਾਊਨ ਹੈ। ਕਰਪਸ਼ਨ ਐਂਡ ਐਕਸਟੋਰਸ਼ਨ ਜ਼ਿਆਦਾ ਹੈ, ਉਹਦੇ ਕਾਰਨ ਲੋਕਾਂ ਦਾ ਉਹ ਸੈਂਟੀਮੈਂਟ ਨਹੀਂ ਬਣ ਰਿਹਾ ਇੱਥੇ ਕਰਨ ਵਾਸਤੇ। ਤੇ ਆਰਬਿਟਰਰੀ ਪਾਲਿਸੀਜ਼ ਨੇ, ਕਦੀ ਹਰੇ ਰੰਗ ਤੇ ਕਦੀ ਚਿੱਟਾ ਰੰਗ ਤੇ ਕਦੀ ਪੀਲਾ ਰੰਗ ਕਰਕੇ, ਤੇ ਤੁਸੀਂ ਪਹਿਲੀ ਵਾਰ ਕਰਕੇ there is no seriousness as far as the industrial policy of Punjab is concerned। ਤੇ ਉਹ ਸੀਰੀਅਸਨੈਸ ਨੂੰ ਲੈ ਕੇ ਆਉਣ ਵਾਸਤੇ ਤੁਹਾਨੂੰ ਬੇਸਿਕਸ ਦੇ ਵਿੱਚ ਤੇ ਗ੍ਰਾਸ ਰੂਟਸ ਦੇ ਵਿੱਚ ਜਾਣਾ ਪਏਗਾ। ਗ੍ਰਾਸ ਰੂਟਸ ਦੇ ਵੱਲ ਕੋਈ ਨਹੀਂ ਦੇਖ ਰਿਹਾ। ਜਿਹੜਾ ਇੱਥੇ ਏਡਾ ਹਾਲ ਬੁਰਾ ਹੋ ਗਿਆ ਹੈ, ਏਡਾ ਵੱਡਾ ਅੱਛਾ, ਇੱਥੇ ਡਰਾਈ ਪੋਰਟ ਸੀਗਾ, ਡਰਾਈ ਪੋਰਟ ਵੀ ਬੰਦ ਹੋ ਗਿਆ ਆਲਮੋਸਟ। ਕਿਉਂਕਿ ਕੁਝ ਪ੍ਰੋਡਿਊਸ ਹੀ ਨਹੀਂ ਹੁੰਦਾ। ਅਸੀਂ ਇਸ ਵੇਲੇ ਨਾ ਗੌਰਵ ਜੀ, ਵੀ ਆਰ ਗੋਇੰਗ ਇਨਟੂ ਦ ਫੋਰਥ ਫੇਜ਼ ਆਫ ਇੰਡਸਟਰੀਲਾਈਜੇਸ਼ਨ। ਇਹ ਨੌਲੇਜ ਬੇਸਡ ਇੰਡਸਟਰੀ ਹੈ, ਡਿਜੀਟਲ ਟੈਕਨੋਲੋਜੀ ਬੇਸਡ ਇੰਡਸਟਰੀ ਹੈ। ਇਹਦੇ ਵਾਸਤੇ ਸਾਡੇ ਬੱਚਿਆਂ ਨੂੰ ਤਿਆਰ ਹੋਣਾ ਚਾਹੀਦਾ ਹੈ। ਕਿੱਥੇ ਉਹਨਾਂ ਨੂੰ ਤੁਸੀਂ ਤਿਆਰ ਕਰ ਰਹੇ ਹੋ ਨੌਲੇਜ ਐਂਡ ਟੈਕਨੋਲੋਜੀਕਲ ਬੇਸਡ ਇੰਡਸਟਰੀ ਦੇ ਵਾਸਤੇ? ਅਸੀਂ ਸਿਰਫ 3 ਕਰੋੜ ਬੰਦੇ ਹੈਗੇ ਆ। ਸਾਡੇ 2 ਅੱਛੀਆਂ ਇੰਡਸਟਰੀਜ਼ ਆ ਜਾਣ ਨਾ, 2 ਅੱਛੀਆਂ ਨੌਲੇਜ ਬੇਸਡ ਇੰਡਸਟਰੀ ਆ ਜਾਏ, ਅਸੀਂ ਇੱਕ ਬਹੁਤ ਹੀ ਵਾਈਬ੍ਰੈਂਟ ਸਟੇਟ ਬਣ ਸਕਦੇ ਹਾਂ। ਤੁਸੀਂ ਡੈਨਮਾਰਕ ਨੂੰ ਦੇਖੋ, ਇੱਕੋ ਚੀਜ਼ ਹੈ ਉਹਨਾਂ ਦੇ ਕੋਲ, ਡੇਅਰੀ ਪ੍ਰੋਡਕਟਸ, ਉਹਦੇ ਨਾਲ ਹੀ ਉਹਨਾਂ ਨੇ ਪੂਰੀ ਦੁਨੀਆ ਨੂੰ ਡੋਮੀਨੇਟ ਕੀਤਾ ਹੋਇਆ। ਐਸੀ ਕੋਈ ਵਿਜ਼ਨਰੀ ਥਿੰਕਿੰਗ ਤੇ ਨਾ ਕਾਂਗਰਸ ਦੀ ਸੀਗੀ, ਸਾਡੀ ਵੀ ਨਹੀਂ ਸੀਗੀ। ਪੀਰ ਮੁਹੰਮਦ ਜੀ ਨਾਲ ਬੈਠੇ ਹੋਏ ਨੇ। ਵੈਸੇ ਅਸੀਂ ਤੇ ਇੰਡਸਟਰੀ 'ਚ ਡੀਲ ਨਹੀਂ ਸੀ ਕਰਦੇ ਬੀਜੇਪੀ, ਤੇ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਤੇ ਬਿਲਕੁਲ ਹੈ ਹੀ ਨਹੀਂ ਹੈ। ਮੇਰੇ ਹਿਸਾਬ ਦੇ ਨਾਲ ਇਹ ਆਪਟਿਕਸ ਦੇ ਨਾਲ ਕੁਝ ਨਹੀਂ ਬਣੇਗਾ। ਸਾਨੂੰ ਮਾਡਲਸ ਦੇਖਣੇ ਚਾਹੀਦੇ ਨੇ। ਇਹ ਜਿਹੜਾ ਹੁਣ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਗੁਜਰਾਤ ਦੇ ਵਿੱਚ 3 ਦਿਨਾਂ ਦੇ ਵਿੱਚ ਦੇ ਦਿੱਤੀ ਸੀਗੀ ਕੀ ਕਹਿੰਦੇ ਨੇ ਪਰਮਿਸ਼ਨ ਨੈਨੋ ਦੇ ਵਾਸਤੇ ਟਾਟਾ ਨੂੰ। ਦੇ ਸ਼ੁੱਡ ਫੋਲੋ ਦ ਮਾਡਲਸ। ਉਹ ਸਟੇਟਸ ਦੇ ਮਾਡਲ ਲੈਣ ਜਿਹੜੀ ਸਕਸੈਸਫੁਲੀ ਇੰਡਸਟਰੀਅਲਾਈਜ਼ਡ ਨੇ। ਗੁਜਰਾਤ ਹੈ, ਮੱਧ ਪ੍ਰਦੇਸ਼ ਹੈ, ਇਹਨਾਂ ਦੇ ਇਹ ਸਾਰੇ ਸਾਡੇ ਸਟੇਟਸ ਨੇ। ਇਸ ਵੇਲੇ ਯੂਪੀ ਹੋ ਰਿਹਾ ਹੈ, ਇਟ ਇਜ਼ ਬਿਕਮਿੰਗ ਰੈਪਿਡਲੀ ਇੰਡਸਟਰੀਅਲਾਈਜ਼ਡ। ਮਤਲਬ ਕੋਈ ਇੱਕ ਮਾਡਲ ਹੈ, ਤੁਹਾਨੂੰ ਲੱਗਦਾ ਕਿ ਇਹ ਜਿਹੜਾ ਵਿਜ਼ਨ ਹੋਣਾ ਚਾਹੀਦਾ ਜਿਸ ਤਰੀਕੇ ਦਾ, ਉਹ ਇਸ ਸਟੈਪਸ ਦੇ ਨਾਲ ਤੁਹਾਨੂੰ ਨਹੀਂ, ਵਿਜ਼ਨ ਨਹੀਂ ਦਿਖਦਾ ਕਿ ਉਹ ਉਸ ਵਿਜ਼ਨ ਵਾਲੇ ਪਾਸੇ ਆਪਾਂ ਨਹੀਂ ਜਾ ਰਹੇ, ਕਿ ਦੂਰ ਦ੍ਰਿਸ਼ਟੀ ਤੁਹਾਨੂੰ ਨਹੀਂ ਲੱਗ ਰਹੀ? ਉਹ ਇੱਕ ਛੋਟਾ ਜਿਹਾ ਸਟੈਪ ਹੈ, ਉਹਦੇ ਨਾਲ ਤੁਸੀਂ ਆਪਟਿਕਸ ਕਰਕੇ ਇੱਥੇ ਬੈਠੇ ਆ। ਮੈਂ ਤੁਹਾਨੂੰ ਸਾਰਾ ਕੁਝ ਗਿਣਾਤਾ ਹੈ। ਵਾਟ ਆਰ ਦੇ ਡੂਇੰਗ ਫॉर SME, ਵਾਟ ਆਰ ਦੇ ਡੂਇੰਗ ਫॉर ਆਪਾਂ ਜਵਾਬ ਲਵਾਂਗੇ ਸਰ। ਵਾਟ ਆਰ ਦੇ ਡੂਇੰਗ ਫॉर ਵੈਲਿਡ ਪੁਆਇੰਟ ਹੈ। ਤੁਸੀਂ ਜੋ ਬੰਦੇ ਰੋਂਦੇ ਪਏ ਨੇ ਯਾਰ, ਸਾਨੂੰ ਪੰਜਾਬੀਆਂ ਨੂੰ ਦੋ, ਤੁਸੀਂ ਬਾਹਰੋਂ ਬੁਲਾਉਣ ਦੀ ਕੋਸ਼ਿਸ਼ ਨਾ ਕਰੋ, ਪੰਜਾਬੀਆਂ ਨੂੰ ਦੋ। ਬਿਲਕੁਲ। ਡਾਕਟਰ ਸਾਹਿਬ ਥੋੜਾ ਜਿਹਾ ਵੇਟ ਕਰੋ, ਇਕੱਠੇ ਜਵਾਬ ਦਿਓ। ਇੱਕ ਵਾਰੀ ਪੀਰ ਮੁਹੰਮਦ ਜੀ ਦਾ ਮੈਂ ਰੁਖ ਕਰ ਲਵਾਂ। ਪੀਰ ਮੁਹੰਮਦ ਸਾਹਿਬ, ਇੰਡਸਟਰੀ ਪੰਜਾਬ ਦੇ ਵਿੱਚ ਆਵੇ, ਲੋਕਾਂ ਨੂੰ ਰੋਜ਼ਗਾਰ ਮਿਲੇ, ਆਪਾਂ ਸਾਰੇ ਚਾਹੁੰਦੇ ਹਾਂ। ਹਾਲਾਂਕਿ ਉਸ ਦੇ ਵਿੱਚ ਵੀ ਬੜੇ ਕਿੰਤੂ ਪਰੰਤੂ ਪਿਛਲੇ ਕੁਝ ਸਮੇਂ ਦੇ ਵਿੱਚ ਦੇਖਣ ਨੂੰ ਮਿਲੇ ਨੇ।
ਇਹ ਸਟੈਪ ਕੀ ਬਾਕੀ ਅਕਾਲੀ ਦਲ ਨੂੰ ਲੱਗਦਾ ਹੈ ਕਿ ਕੋਈ ਕ੍ਰਾਂਤੀ ਵਾਲਾ ਸਟੈਪ ਸਾਬਿਤ ਹੋ ਸਕਦਾ ਹੈ ਜੇ ਗ੍ਰੀਨ ਕਲਰ ਦੇ ਸਟੈਂਪ ਪੇਪਰਸ ਮਿਲਦੇ ਨੇ? ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਵਾਸੀਆਂ ਨੂੰ ਕੀ ਲੱਗਦਾ ਹੈ, ਉਹ ਇਹ ਲੱਗ ਰਿਹਾ ਹੈ ਕਿ ਇਸ ਵੇਲੇ ਸਾਡਾ ਵਪਾਰੀ ਵਰਗ ਜਿਹੜਾ ਇੰਡਸਟਰੀਲਿਸਟ ਹੈ ਉਹ ਆਪਣੀ ਜਾਨ ਮਾਲ ਦੀ ਸੁਰੱਖਿਆ ਚਾਹੁੰਦਾ, ਲੇਕਿਨ ਉਹਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ। ਇਹਨਾਂ ਦੇ ਤਾਂ ਹੁਣ ਹਰਾ ਸਟਾਂਪ ਪੇਪਰ ਦੀ ਗੱਲ ਕੀਤੀ ਹੈ, ਲੇਕਿਨ ਜਿਹੜਾ ਰੈੱਡ ਸਟਾਂਪ ਪੇਪਰ ਫਰੌਤੀਆਂ ਲੈਣ ਵਾਲਿਆਂ ਗੈਂਗਸਟਰਾਂ ਵੱਲੋਂ ਜਿਹੜੀਆਂ ਧਮਕੀਆਂ ਦੇ ਰੂਪ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਪਹਿਲਾਂ ਹੀ ਪਹੁੰਚਿਆ ਹੋਇਆ ਹੈ, ਉਸ ਦੇ ਬਾਰੇ ਕੀ ਇੱਛਾ ਸ਼ਕਤੀ ਕਿ ਇਹਨਾਂ ਨੇ ਉਹਨਾਂ ਵਪਾਰੀਆਂ ਨੂੰ ਜਿਹੜੇ ਲੁਧਿਆਣੇ ਤੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆ ਰਾਜ ਜੋਗੀ ਦੇ ਪਾਸ ਜਾ ਕੇ ਕਹਿੰਦੇ ਨੇ ਕਿ ਸਾਨੂੰ ਦਿੱਤਾ ਜਾਵੇ ਜੀ, ਅਸੀਂ ਇੰਡਸਟਰੀ ਆਪਣੀ ਸ਼ਿਫਟ ਕਰਨਾ ਚਾਹੁੰਦੇ ਹਾਂ, ਪੰਜਾਬ ਤੋਂ ਸ਼ਿਫਟ ਕਰਕੇ ਉੱਤਰ ਪ੍ਰਦੇਸ਼ ਲੈ ਕੇ ਜਾਣਾ ਚਾਹੁੰਦੇ ਹਾਂ ਜਾਂ ਹਿਮਾਚਲ ਦੇ ਵਿੱਚ ਬੱਦੀ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ। ਕੀ ਉਹਨਾਂ ਦੇ ਬਾਰੇ ਮੁੱਖ ਮੰਤਰੀ ਸਾਹਿਬ ਜਾਂ ਇਹਨਾਂ ਦੀ ਕੈਬਨਿਟ ਜਾਂ ਇਹਨਾਂ ਦੀ ਸਰਕਾਰ ਨੇ ਕੋਈ ਡਿਸੀਜਨ ਲਿਆ, ਕੋਈ ਉਹਦੇ ਤੇ ਬਿਆਨ ਦਿੱਤਾ? ਤੁਸੀਂ ਇਹ ਦੇਖੋ, ਇਹ ਜਿਹੜਾ ਡਰਾਮੇਬਾਜ਼ੀ ਹੈ ਨਾ, ਇਹ ਲੰਮੇ ਸਮੇਂ ਤੋਂ ਚੱਲ ਰਹੀ ਜੀ। ਹਰਾ ਪੇਪਰ ਜੀ, ਆਹ ਪੇਪਰ ਦੇਖੋ, 1 ਸਾਲ ਦੇ ਵਿੱਚ ਇਹਨਾਂ ਕੋਲ ਗੌਰਵ ਜੀ ਇਹ ਪੁੱਛੋ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਕਿੰਨੀ ਇੰਡਸਟਰੀ ਲਿਆਂਦੀ ਹੈ ਤੇ ਕਿੰਨੀ ਇੱਥੋਂ ਇੰਡਸਟਰੀ ਗਈ ਹੈ। ਇਹ ਦੋ ਚੀਜ਼ਾਂ ਦਾ ਜਵਾਬ ਜਿਹੜੇ ਪਾਰਟੀ ਦੇ ਸਪੋਰਟ ਪਰਸਨ ਬੈਠੇ ਨੇ ਇਹ ਪੰਜਾਬ ਵਾਸੀਆਂ ਨੂੰ ਦੇਣ, ਲੋਕਾਂ ਨੂੰ ਦੇਣ ਕਿ ਇਹਨਾਂ ਨੇ 1 ਸਾਲ ਦੇ ਵਿੱਚ, ਹੁਣ 1.5 ਸਾਲ ਹੋ ਚੱਲਿਆ ਸਰਕਾਰ ਬਣੀ ਨੂੰ, ਕਿ ਇਹਨਾਂ ਨੇ ਕਿੰਨੀ ਇੰਡਸਟਰੀ ਇੱਥੇ ਲੈ ਕੇ ਆਏ ਨੇ, ਉਸ ਦਾ ਜਵਾਬ ਇਹ ਦੇ ਦੇਣ। ਦੂਸਰੀ ਗੱਲ ਇਹ ਆ ਕਿ ਜਿਹੜਾ ਇਹ ਵਾਰ-ਵਾਰ ਕਹਿ ਰਹੇ ਨੇ ਜੀ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ, ਭ੍ਰਿਸ਼ਟਾਚਾਰ ਦੇ ਤਹਿਤ ਇਹਨਾਂ ਨੇ ਆਪਣੇ ਮੰਤਰੀ ਆਪ ਹੀ ਫੜ ਕੇ ਅੰਦਰ ਦਿੱਤਾ। ਭ੍ਰਿਸ਼ਟਾਚਾਰ ਦੇ ਤਹਿਤ ਹੀ ਮੰਤਰੀ ਜਿਹੜਾ ਉਹ ਕੈਬਨਿਟ ਦੇ ਵਿੱਚੋਂ ਬਾਹਰ ਗਿਆ, ਫੌਜਾ ਸਿੰਘ ਸਰਾਰੀ। ਇਸ ਕਰਕੇ ਇਹ ਕਿਹੜੇ ਭ੍ਰਿਸ਼ਟਾਚਾਰ ਗੱਲ ਕਰਦੇ, ਇਹਨਾਂ ਦੇ ਐਮਐਲਏ ਬਠਿੰਡੇ ਤੋਂ ਉਹ ਜਿਹੜੇ ਆ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਨੇ, ਕਿੰਨਿਆਂ ਦੇ ਉੱਪਰ ਹੋਰ ਦੋਸ਼ ਲੱਗਦੇ ਨੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਬਾਅਦ ਪਹਿਲਾਂ ਜਿਹੜੀ ਮੇਨ ਗੱਲ ਇਹ ਆ ਕਿ ਇੱਥੇ ਸੁਰੱਖਿਆ ਚਾਹੁੰਦਾ ਸੂਬੇ ਦੇ ਵਿੱਚ ਲੋਕ, ਹਰ ਇੱਕ ਨਾਗਰਿਕ, ਇੱਥੇ ਤਾਂ ਆਮ ਨਾਗਰਿਕ ਇੰਡਸਟਰੀ ਜਿੰਨੇ ਠੀਕ ਹੈ, ਇਹ ਪੁਆਇੰਟ ਤੁਹਾਡਾ ਵੈਲਿਡ ਹੈ। ਮੈਂ ਪੀਰ ਮੁਹੰਮਦ ਸਾਹਿਬ ਇੱਕ ਹੋਰ ਚੀਜ਼ ਐਡ ਕਰ ਦਵਾਂ, ਤੁਹਾਨੂੰ ਨਹੀਂ ਲੱਗਦਾ ਕਿ ਜੇ ਇੰਡਸਟਰੀ ਇੱਥੇ ਨਹੀਂ ਆ ਰਹੀ ਜਾਂ ਫਿਰ ਇੱਥੋਂ ਪਲਾਇਨ ਕਰ ਰਹੀ ਹੈ ਤਾਂ ਇਹ ਧਰਨੇ ਵੀ ਤਾਂ ਹੈਗੇ ਨੇ ਇੱਕ ਨਾ, ਇਹ ਧਰਨਿਆਂ ਦੀ ਵਜ੍ਹਾ ਦੇ ਨਾਲ ਵੀ ਆਪਾਂ ਕਈ ਵਾਰ ਖੁੱਲ ਕੇ ਗੱਲ ਨਹੀਂ ਕਰਦੇ, ਉਹ ਵੀ ਆਪਾਂ ਨੂੰ ਕਰਨੀ ਤਾਂ ਹੋਏਗੀ ਨਾ, ਖੁੱਲ ਕੇ ਗੱਲ ਕਰੀਏ ਕਿ ਨਿਤ ਲੱਗਦੇ ਧਰਨੇ ਪ੍ਰਦਰਸ਼ਨ ਕੀ ਇੰਡਸਟਰੀ ਵਾਲਿਆਂ ਨੂੰ ਕਹਿ ਨਹੀਂ ਰਹੇ ਕਿ ਨਾ ਹੋ ਤੁਸੀਂ ਇੱਧਰ ਨਾ ਵੜਿਓ, ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਘਰੋਂ ਨਿਕਲੇ ਤੇ ਧਰਨਾ ਅੱਗੇ ਹੋਵੇ, ਕਿਹੜੀ ਇੰਡਸਟਰੀ ਦੇ ਬਾਹਰ ਧਰਨਾ ਲੱਗ ਜਾਣਾ। ਗੌਰਵ ਜੀ, ਸਭ ਤੋਂ ਮੇਨ ਗੱਲ ਇਹ ਆ ਕਿ ਇਹ ਤਾਂ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲੀ ਹੈ। ਇਹਨਾਂ ਨੇ ਤਾਂ ਆਪ ਧਰਨੇ ਲਗਾ ਉਸ ਮੁਜ਼ਾਹਰੇ ਕਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਅੱਜ ਲੋਕ ਆਪਣੀ ਡਿਮਾਂਡ ਲੈ ਕੇ ਜਾਂਦੇ ਆ ਤੇ ਕਹਿੰਦੇ ਆ ਕਿ ਤੁਸੀਂ ਧਰਨੇ ਕਿਉਂ ਲਗਾ ਰਹੇ ਹੋ, ਇਹ ਧਰਨੇ ਲੱਗ ਕਿਉਂ ਰਹੇ ਨੇ? ਠੀਕ ਹੈ ਨਾ, ਇੰਪੈਕਟ ਗੱਲ ਇਹ ਹੈ ਨਾ ਸਰ ਕਿ ਮੈਂ ਇਸ ਕਰਕੇ ਵੀ ਇਹ ਗੱਲ ਕਰ ਰਿਹਾ, ਡਾਕਟਰ ਸਾਹਿਬ ਤੁਸੀਂ ਜਵਾਬ ਜ਼ਰੂਰ ਦੇ ਦਿਓ। ਇਹ ਹਰੇ ਰੰਗ ਦੇ ਸਟੈਂਪ ਪੇਪਰ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਪਰ ਹਰਾ ਝੰਡਾ ਲੈ ਕੇ ਵੀ ਕਈ ਵਾਰ ਫੈਕਟਰੀ ਦੇ ਬਾਹਰ ਆ ਕੇ ਖੜ ਜਾਂਦੇ ਨੇ ਲੋਕ। ਮੁੱਖ ਮੰਤਰੀ ਨੇ ਜ਼ਿਕਰ ਕੀਤਾ ਨਾ ਕੱਲ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ। ਪੀਰ ਮੁਹੰਮਦ ਜੀ, ਨਹੀਂ ਦੇਖੋ, ਮੈਂ ਇਹੋ ਹੀ ਗੱਲ ਕਹਿ ਰਿਹਾ ਕਿ ਅੱਜ ਜਿਹੜੀ ਇਹ ਆ ਕਿ ਇੱਕ ਵਾਤਾਵਰਨ, ਇੱਕ ਮਾਹੌਲ ਤਿਆਰ ਕਰਨਾ ਪਵੇਗਾ, ਉਹ ਤਾਂ ਇਹਨਾਂ ਦੇ ਕੋਲ ਹੈ ਹੀ ਨਹੀਂਗਾ। ਤੁਸੀਂ ਇਹ ਦੇਖੋ, ਮੁੱਖ ਮੰਤਰੀ ਸਾਹਿਬ ਆਪ ਮੰਨ ਰਹੇ ਨੇ ਕਿ ਥਾਂ ਦੇ ਉੱਤੇ ਧਰਨੇ, ਰੋਸ ਮੁਜ਼ਾਹਰੇ ਹੋ ਰਹੇ ਨੇ, ਪਰ ਇਹ ਕਿਉਂ ਹੋ ਰਹੇ ਨੇ? ਜਦੋਂ ਸਾਡੀ ਸਰਕਾਰ ਸੀ, ਜਦੋਂ ਇਸ ਤਰ੍ਹਾਂ ਦਾ ਕੋਈ ਵੀ ਸਟੈਪ ਚੁੱਕਦੇ ਸੀ ਤਾਂ ਇਹ ਉਸ ਗੱਲ ਦੇ ਉੱਤੇ ਕਟਾਸ ਕਰਦੇ ਸੀ, ਇਹ ਹਰ ਮਸਲੇ ਚੁੱਕਦੇ ਸੀ। ਲੇਕਿਨ ਅੱਜ ਜਦੋਂ ਕਿਸਾਨ ਯੂਨੀਅਨ ਆਪਣੀ ਮਸਲੇ ਨੂੰ ਲੈ ਕੇ ਗੱਲ ਕਰਦੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਕਰਦਾ, ਜੋ ਆਪੋਜੀਸ਼ਨ ਕੋਈ ਗੱਲ ਕਰਦੀ ਹੈ, ਤਾਂ ਉਦੋਂ ਇਹ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ। ਇਹ ਕਿਸ ਤਰ੍ਹਾਂ ਦਾ? ਤੁਹਾਡਾ ਪੁਆਇੰਟ ਆ ਗਿਆ। ਮੈਂ ਐਕਚੁਅਲੀ ਇਹ ਵੀ ਚਾਹ ਰਿਹਾ ਕਿ ਡੀਰੇਲ ਨਾ ਹੋ ਜਾਈਏ ਆਪਾਂ, ਲੇਕਿਨ ਇੰਡਸਟਰੀ ਜਦੋਂ ਜ਼ਿਕਰ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਨਹੀਂ ਆਏਗੀ ਤਾਂ ਫਿਰ ਜਿਹੜੇ ਪੁਆਇੰਟਸ ਹੈਗੇ ਨੇ ਉਹਨਾਂ ਦੇ ਉੱਤੇ ਖੁੱਲ ਕੇ ਗੱਲਬਾਤ ਹੋਣੀ ਜ਼ਰੂਰੀ ਹੈ। ਹੋ ਸਕਦਾ ਹੈ ਕਿ ਕਈਆਂ ਨੂੰ ਧਰਨੇ ਵਾਲੀ ਗੱਲ, ਅੱਜ ਡਿਬੇਟ ਵੀ ਸੁਣ ਰਹੇ ਇਹਨਾਂ ਨੂੰ ਠੀਕ ਨਾ ਲੱਗ ਰਹੀ ਹੋਵੇ, ਪਰ ਇੱਕ ਫੈਕਟ ਹੈ, ਇਹ ਆਪਾਂ ਨੂੰ ਗੌਰ ਕਰਨਾ ਹੋਏਗਾ, ਬਹੁਤ ਖੁੱਲੇ ਦਿਲ ਦੇ ਨਾਲ ਇਸ ਦੇ ਉੱਤੇ ਸੋਚਣਾ ਹੋਏਗਾ ਕਿ ਜੇ ਧਰਨੇ ਪ੍ਰਦਰਸ਼ਨਾਂ ਦੀ ਵਜ੍ਹਾ ਦੇ ਨਾਲ ਸੂਬੇ ਦਾ ਨੁਕਸਾਨ ਹੋ ਰਿਹਾ ਹੈ, ਉਸ ਦੀ ਵਜ੍ਹਾ ਕੁਝ ਵੀ ਹੋਵੇ ਤਾਂ ਉਸ ਬਾਰੇ ਵੀ ਆਪਾਂ ਵਿਚਾਰ ਜ਼ਰੂਰ ਕਰੀਏ। ਡਾਕਟਰ ਸਾਹਿਬ, ਮੈਂ ਵਾਪਸ ਡਿਬੇਟ ਦੇ ਉੱਤੇ ਆਣਾ, ਉਸੇ ਪੁਆਇੰਟ ਤੇ ਆਉਣਾ। ਸੀਰੀਅਸਨੈਸ ਦੀ ਕਮੀ ਹੈ, ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਸੀਰੀਅਸਨੈਸ ਦੀ ਕਮੀ ਨਜ਼ਰ ਆਉਂਦੀ ਹੈ ਇੰਡਸਟਰੀ ਨੂੰ ਲੈ ਕੇ। ਦੇਖੋ ਜੀ, ਸਭ ਤੋਂ ਪਹਿਲਾਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦਾ ਮੈਂ ਧੰਨਵਾਦ ਵੀ ਕਰਦਾ ਕਿ ਇਹ ਦੋਨਾਂ ਨੇ ਕਿਹਾ ਕਿ ਚੰਗਾ ਸਟੈਪ ਹੈ।
ਠੀਕ ਹੈ। ਅਕਾਲੀ ਦਲ ਦਾ ਪਤਾ ਕੀ ਹੈ, ਅਕਾਲੀ ਦਲ ਵਾਲੇ ਕ੍ਰਿਟਿਸਾਈਜ਼ ਕਿਉਂ ਕਰਦੇ ਨੇ? ਸਭ ਤੋਂ ਜ਼ਿਆਦਾ ਇੰਡਸਟਰੀ ਤੋਂ ਮੈਂ ਕਹਿ ਸਕਦਾ ਕਿ ਸਭ ਤੋਂ ਜ਼ਿਆਦਾ ਅਗਰ ਕਰਪਸ਼ਨ ਹੋਈ ਹੈ ਇੰਡਸਟਰੀ ਤੋਂ ਤੇ ਕਿਸ ਪਾਰਟੀ ਨੂੰ ਹੋਈ ਉਹ ਸਭ ਨੂੰ ਪਤਾ ਹੈ। ਮੈਂ ਨਾਲ ਮੰਗਾ ਫਿਰ ਨਵਾਂ ਕੇਸ ਹੋਰ ਪਾਣਗੇ ਮੇਰੇ ਤੇ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੌਰਵ ਜੀ, ਸਭ ਤੋਂ ਵੱਡੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਨੇ ਇਸ ਚੀਜ਼ ਨੂੰ ਸੋਚਿਆ ਤੇ ਇੰਪਲੀਮੈਂਟ ਕੀਤਾ। ਮੇਰੇ ਤੋਂ ਬਾਰ-ਬਾਰ ਸਵਾਲ ਪੁੱਛੇ ਜਾ ਰਹੇ ਸੀ ਕਿੰਨੀ ਇੰਡਸਟਰੀ ਆ ਚੁੱਕੀ ਹੈ। ਟਾਟਾ ਸਟੀਲ ਦਾ ਸੈਕੰਡ ਲਾਰਜੈਸਟ ਪਲਾਂਟ ਲੁਧਿਆਣੇ 'ਚ ਲੱਗਣ ਜਾ ਰਿਹਾ ਹੈ। ਉਹ ਹੁਣ ਅਕਾਲੀ ਦਲ ਵਾਲੇ ਮੰਨਣ ਜਾਂ ਨਾ ਮੰਨਣ ਪਰ ਉਹ ਲੱਗਣ ਜਾ ਰਿਹਾ, ਉਸ 'ਚ ਇੰਪਲੋਇਮੈਂਟ ਵੀ ਕਾਫੀ ਵੱਡੀ ਹੋਣ ਜਾ ਰਹੀ ਹੈ। ਅਕਾਲੀ ਦਲ ਜਿਹੜਾ ਹੈ ਇਹ ਸਿਰਫ ਆਪਣੀ ਇੰਡਸਟਰੀ ਚਲਾਉਣਾ ਚਾਹੁੰਦਾ। ਜਿੰਨੇ ਵੱਡੇ ਵੱਡੇ ਵੀ ਸਿਸਟਮ ਸੀਗੇ ਇਸ 'ਚ ਇਹਨਾਂ ਨੇ ਜਾਂ ਆਪਣੀ ਹਿੱਸੇਦਾਰੀਆਂ ਪਾਈਆਂ ਜਾਂ ਇਹਨਾਂ ਨੇ ਆਪਣੇ ਮਾਫੀਏ ਪਾਏ। ਮੈਂ ਅਟੈਕ ਨਹੀਂ ਕਰਨਾ ਚਾਹੁੰਦਾ, ਮੈਂ ਇਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਜੇ ਕੋਈ ਸਰਕਾਰ ਚੰਗਾ ਕੰਮ ਕਰ ਰਹੀ ਹੈ, ਤੁਹਾਡੇ ਨਾਲ ਬੈਠੇ ਨੇ ਭਾਰਤੀ ਜਨਤਾ ਪਾਰਟੀ ਵਾਲੇ, ਉਹਨਾਂ ਨੇ ਐਕਸੈਪਟ ਕੀਤੀ ਹੈ ਗੱਲ, ਪਰ ਤੁਸੀਂ ਕਿਉਂਕਿ ਤੁਸੀਂ ਵੀ 10 ਸਾਲ ਸਰਕਾਰ 'ਚ ਰਹੇ ਹੋ, ਤੁਸੀਂ ਲੇਕਿਨ ਇੰਡਸਟਰੀ ਬਾਰੇ ਕੀ ਸੋਚਿਆ ਤੁਹਾਡੇ ਟਾਈਮ ਤੇ? ਮੈਂ ਉਹਨਾਂ ਦੇ ਵਿਜ਼ਨ ਤੇ ਜਾਵਾਂਗਾ, ਮੈਂ ਇੱਕ ਇੱਕ ਕਰਕੇ ਜਵਾਬ ਲੈਣ ਦੀ ਕੋਸ਼ਿਸ਼ ਕਰਨਾ। ਮੈਂ 10 ਦਿਨਾਂ ਵਾਲੇ ਦੇ ਪੁਆਇੰਟ ਦੇ ਉੱਤੇ ਆਵਾਂ। ਸੋ ਉਹਨਾਂ ਨੂੰ ਵਧੀਆ ਲੱਗ ਰਿਹਾ ਹੈ ਕਿ ਕਿਸੇ ਨੇ ਸੋਚਿਆ ਕਿ ਜੀ ਅਸੀਂ ਇੰਡਸਟਰੀ ਲਗਾਣੀ ਹੈ ਪੰਜਾਬ ਦੇ ਵਿੱਚ, ਤੇ ਉਹਨਾਂ ਨੇ ਸੋਚਣ ਤੋਂ ਬਾਅਦ ਮੈਂ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਦੇਖ ਲਵਾਂ ਕਿ ਉਹਨਾਂ ਨੇ ਪੂਰੇ ਪੇਪਰ ਤਿਆਰ ਕਰਕੇ 20 ਮਈ ਨੂੰ ਇੱਕ ਆਪਣੀ ਫਾਈਲ ਲਗਾ ਦਿੱਤੀ। ਉਮੀਦ ਕਰੀਏ ਕਿ 30 ਮਈ ਤੱਕ ਸਭ ਕੁਝ ਕਲੀਅਰ ਹੋ ਜਾਏਗਾ ਗੌਰਵ ਜੀ, 10 ਦਿਨਾਂ ਦੇ ਵਿੱਚ। ਗੌਰਵ ਜੀ ਮੁੱਖ ਮੰਤਰੀ ਮੈਂ ਸਮਝ ਰਿਹਾ ਸਰ, ਪਰ ਪੰਜਾਬ ਦੇਖੋ ਜਿਹੜਾ ਸਿਸਟਮ ਹੈ ਨਾ ਡਾਕਟਰ ਸਾਹਿਬ, ਤੁਸੀਂ ਸਹਿਮਤ ਹੋ ਸਕਦੇ ਹੋ ਸ਼ਾਇਦ ਇਸ ਦੇ ਨਾਲ, ਸ਼ਾਇਦ ਨਾ ਹੋਵੋ, ਪਰ ਕਹਿੰਦੇ ਕਿ ਸਰਕਾਰੀ ਕੰਮਾਂ ਦੇ ਵਿੱਚ 10 ਦਿਨ 'ਚ ਤਾਂ ਫਾਈਲ ਤੁਰਦੀ ਨਹੀਂ ਇੱਕ ਟੇਬਲ ਤੋਂ ਦੂਜੇ ਟੇਬਲ ਤੱਕ। ਇਹੀ ਤੇ ਖਾਸੀਅਤ ਹੈ ਆਮ ਆਦਮੀ ਪਾਰਟੀ ਦੀ, ਇਹੀ ਤੇ ਖਾਸੀਅਤ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ। ਉਹ ਜਿਹੜੀ ਗੱਲ ਕਹਿੰਦੇ ਉਹਨੂੰ ਪੂਰਾ ਕਰਦੇ ਆ। ਇਹ ਕਹਿੰਦੇ ਸੀਰੀਅਸਨੈਸ ਨਹੀਂ। ਕਿਵੇਂ ਸ਼ੋਰਟੀ ਹੋਏਗੀ ਨਾ? ਤੁਹਾਨੂੰ ਇੰਡਸਟਰੀਅਲਿਸਟ ਬੈਠ ਕੇ ਸੁਣ ਰਹੇ ਨੇ ਇਸ ਸਮੇਂ, ਮੈਂ ਕਹਿ ਰਿਹਾ ਦੱਸੋ ਉਹਨਾਂ ਨੂੰ ਕਿਵੇਂ ਹੋਏਗੀ 10 ਦਿਨ 'ਚ ਸ਼ੋਰਟੀ? ਦੱਸੋ ਕਿਵੇਂ ਹੋਏਗੀ ਕਿ 10 ਦਿਨ 'ਚ ਫਾਈਲ ਬਿਲਕੁਲ ਕਲੀਅਰ ਹੋ ਕੇ ਸਾਰੀ ਐਨਓਸੀਜ਼ ਦੇ ਨਾਲ ਤੁਹਾਡੇ ਹੱਥ 'ਚ ਹਰਾ ਸਟੈਂਪ ਪੇਪਰ ਹੋਏਗਾ? ਗੌਰਵ ਜੀ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਕੀ ਕਿਹਾ, ਟਵਿੱਟਰ ਤੇ ਕੀ ਲਿਖਿਆ ਤੇ ਕੀ ਕਿਹਾ? ਉਹਨਾਂ ਨੇ ਗੱਲ ਕਲੀਅਰ ਕੀਤੀ ਕਿ ਤੁਸੀਂ ਸਾਨੂੰ ਦੱਸੋਗੇ ਵੀ ਮੈਂ 20 ਏਕੜ ਜਗ੍ਹਾ ਇੱਥੇ ਪਸੰਦ ਕੀਤੀ ਹੈ, ਮੈਨੂੰ ਇੱਥੇ, ਉੱਥੋਂ ਜੇ ਕਲੀਅਰੈਂਸ ਮਿਲੂਗੀ 10 ਦਿਨ ਦੇ ਅੰਦਰ ਅੰਦਰ ਤੁਹਾਨੂੰ ਸਟੈਂਪ ਪੇਪਰ ਲਿੱਤਾ ਜਾਏਗਾ। ਹੁਣ ਜੇ ਤੁਸੀਂ ਇਸ ਗੱਲ ਦਾ ਇਹ ਕਹੋ ਕਿ 10 ਦਿਨਾਂ 'ਚ ਕਿਵੇਂ ਲਿੱਤਾ ਜਾਏਗਾ, ਤੇ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ। ਇਹਦੇ ਅੰਦਰ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ, ਹੁਣੇ ਤੁਹਾਡੇ ਅੱਗੇ ਕਲੀਅਰ ਵੀ ਹੋ ਜਾਣਾ ਹੈ ਕਿ ਕਿਵੇਂ ਹੋਊਗਾ। ਔਰ ਭਗਵੰਤ ਸਿੰਘ ਮਾਨ ਨੇ ਕੱਲੇ ਅੱਜ ਨਹੀਂ ਕਿਹਾ ਸਾਡੇ ਮੁੱਖ ਮੰਤਰੀ ਨੇ, ਇਹਨਾਂ ਨੇ ਇਨਵੈਸਟ ਪੰਜਾਬ ਤੇ ਵੀ ਗੱਲ ਕਹੀ ਸੀ। ਇੰਤਜ਼ਾਰ ਰਹੇਗਾ ਸਰ, ਇੰਤਜ਼ਾਰ ਰਹੇਗਾ ਕਿ 10 ਦਿਨਾਂ ਦੇ ਵਿੱਚ ਕੰਮ ਹੋਵੇ। ਪੀਰ ਮੁਹੰਮਦ ਜੀ, ਬਹੁਤ ਛੋਟੀ ਸਟੇਟਮੈਂਟ ਤੁਹਾਡੀ ਜ਼ਰੂਰੀ ਹੈ। ਤੁਹਾਡੇ ਉੱਤੇ ਸਿੱਧਾ ਇੱਕ ਤਰੀਕੇ ਨਾਲ ਸਿਆਸੀ ਵਾਰ ਹੈ ਕਿ ਜਿਹੜੇ ਇੰਡਸਟਰੀ ਆਉਂਦੀ ਹੈ ਤੁਹਾਨੂੰ ਉਸ ਤੋਂ ਬੜੀ ਦਿੱਕਤ ਹੋ ਰਹੀ ਹੈ। ਨਹੀਂ ਦੇਖੋ, ਇਹ ਇਹਨਾਂ ਦੀ ਸਿਰਫ ਇਲਜ਼ਾਮਬਾਜ਼ੀ ਤੋਂ ਸਿਵਾਏ ਜਾਂ ਡਰਾਮੇਬਾਜ਼ੀ ਤੋਂ ਸਿਵਾਏ ਇਹਨਾਂ ਦੇ ਕੋਲ ਕੁਝ ਹੈ ਹੀ ਨਹੀਂਗਾ। ਮੈਂ ਜਿਹੜਾ ਸਵਾਲ ਕੀਤਾ ਉਹ ਪੁੱਛ ਕਰਦਾ, ਮੈਂ ਇਹ ਗੱਲ ਕਹਿ ਰਿਹਾ ਕਿ ਇਹ ਦੱਸਣ ਕਿ ਇਹ ਜਦੋਂ ਦੀ ਸਰਕਾਰ ਬਣੀ ਹੈ ਕਿੰਨੀ ਇੰਡਸਟਰੀ, ਕੋਈ ਵੱਡਾ ਪ੍ਰੋਜੈਕਟ ਨਾਮ ਤਾਂ ਲੈਣ, ਜਿਵੇਂ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵਰਗੇ ਵੱਡੇ ਪ੍ਰੋਜੈਕਟ ਜਿਹੜੇ ਪੰਜਾਬ ਦੇ ਵਿੱਚ ਲਿਆਂਦੇ ਗਏ, ਜਾਂ ਹੋਰ ਜਿਹੜੇ ਮਸਲੇ ਤੁਸੀਂ ਦੇਖੋ 580 ਕਲੀਨਿਕ ਦੀ ਗੱਲ ਕਰਕੇ ਲੁਧਿਆਣੇ ਦੇ ਅੰਦਰ ਤੁਸੀਂ ਦੇਖੋ ਫ੍ਰਿਜ ਅਜੇ ਬਣਿਆ ਨਹੀਂ, ਉਹਦੇ ਥੱਲੇ ਇੰਨੀ ਕੁ ਐਡ ਕਰਕੇ 2-2.5 ਕਰੋੜ ਦੀ ਐਡ ਇਹਨਾਂ ਨੇ ਟਾਟਾ ਸਟੀਲ ਦਾ ਜਵਾਬ ਦਿੱਤਾ ਤੇ ਹੈ, ਟਾਟਾ ਸਟੀਲ ਦਾ ਜਵਾਬ ਦਿੱਤਾ ਨਹੀਂ। ਲੋਕਾਂ ਦਾ ਟੈਕਸ ਜਿਹੜਾ ਬਰਬਾਦ ਕਰ ਰਹੇ ਨੇ, ਕੋਈ ਲੋਕਾਂ ਨੂੰ ਜਿਹੜੀ ਸਹੂਲਤ ਮਿਲਣੀ ਚਾਹੀਦੀ। ਮਤਲਬ ਪੀਰ ਮੁਹੰਮਦ ਜੀ, ਤੁਹਾਨੂੰ ਲੱਗਦਾ ਹੈ ਕਿ ਪਿਛਲੇ 1 ਸਾਲ ਦੇ ਵਿੱਚ ਕੋਈ ਇੰਡਸਟਰੀ ਪੰਜਾਬ 'ਚ ਨਹੀਂ ਆਈ? ਉਹ ਕਹਿ ਰਹੇ ਕਿ ਟਾਟਾ ਸਟੀਲ ਦਾ ਦੂਜਾ ਦੇਸ਼ ਦਾ ਸਭ ਤੋਂ ਵੱਡਾ ਪਲਾਂਟ ਅਸੀਂ ਲੈ ਕੇ ਆਏ ਹਾਂ ਜੋ ਲੁਧਿਆਣੇ 'ਚ ਲੱਗਣ ਜਾ ਰਿਹਾ। ਇਹਨਾਂ ਨੇ ਨਾਮ ਲਿਆ ਸੀ, ਅਗਲੇ ਦਿਨ ਹੀ ਉਹਦਾ ਖੰਡਨ ਕਰ ਦਿੱਤਾ। ਮੁੱਖ ਮੰਤਰੀ ਸਾਹਿਬ ਨੇ ਇੱਕ ਇੰਡਸਟਰੀ ਦੀ ਗੱਲ ਕੀਤੀ ਸੀ ਉਹ ਟਾਟਾ ਵਾਲਿਆਂ ਦੀ, ਨਾਲ ਦੀ ਨਾਲ ਹੀ ਅਗਲਿਆਂ ਨੇ ਉਹਦਾ ਖੰਡਨ ਕਰ ਦਿੱਤਾ। ਖੰਡਨ ਹੋ ਗਿਆ। ਆਪਾਂ ਜਵਾਬ ਲੈ ਲਈਏ, ਛੋਟਾ ਜਵਾਬ ਰੱਖਿਓ, ਮੈਂ ਸੁਖਦੇਵ ਜੀ ਔਰ ਜੈਬਾਨ ਜੀ ਦਾ ਰੁਖ ਕਰਨਾ ਹੈ। ਦੇਖੋ ਡਾਕਟਰ ਸਾਹਿਬ, ਬੜੀ ਕਲੀਅਰ ਗੱਲ ਹੈ। ਟਾਟਾ ਸਟੀਲ ਨੇ ਇਹ ਕਹਿੰਦੇ ਖੰਡਨ ਕਰਤਾ ਵੀ ਅਸੀਂ ਨਹੀਂ ਲਗਾਉਣ ਜਾ ਰਹੇ। ਅਸੀਂ ਤੁਹਾਨੂੰ ਦੱਸ ਰਹੇ ਵੀ ਉੱਥੇ ਤਾਂ ਜਗ੍ਹਾ ਦਾ ਫਾਈਨਲਾਈਜ਼ ਵੀ ਹੋ ਗਿਆ ਔਰ ਉੱਥੇ ਇੰਡਸਟਰੀ ਲੱਗਣ ਜਾ ਰਹੀ ਹੈ। ਇਹ ਕਹ ਰਹੇ ਨਹੀਂ ਲਗਾਉਣ ਜਾ ਰਹੇ। ਕਿੱਥੇ ਲੁਧਿਆਣੇ ਦੇ ਅੰਦਰ ਲੱਗਣ ਜਾ ਰਹੀ ਹੈ। ਸਭ ਜਗ੍ਹਾ ਕਿੱਥੇ? ਲੁਧਿਆਣੇ 'ਚ ਕਿੰਨੇ ਏਕੜ ਜ਼ਮੀਨ ਹੈ? ਸਟੇਟਮੈਂਟ ਕਿੱਥੇ ਹੈ? ਜੈਬਾਨ ਸਾਨੂੰ ਦੇਖੋ ਕਿੰਨੇ ਪੈਸੇ ਦਾ ਹੈਗਾ? ਰਤਨ ਟਾਟਾ ਨੇ ਉਹਦੇ ਬਾਰੇ ਕੀ ਕਿਹਾ? ਸਾਰਾ ਖੁਲਾਸਾ ਦਿਓ। 2200 ਕਰੋੜ ਦਾ ਪਲਾਂਟ ਲੱਗਣ ਜਾ ਰਿਹਾ ਹੈ ਲੁਧਿਆਣੇ ਦੇ ਅੰਦਰ। ਔਰ ਜਿਹੜੀ ਤੁਸੀਂ ਸਵਾਲ ਬਾਰ-ਬਾਰ ਪੁੱਛਦੇ ਹੋ, ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਲੀਅਰ ਵੀ ਕੀਤਾ ਹੈ ਔਰ ਉਸ 'ਚ ਕਿੰਨੇ ਲੋਕਾਂ ਨੂੰ ਇੰਪਲੋਇਮੈਂਟ ਹੋਏਗੀ ਇਹ ਵੀ ਕਲੀਅਰ ਕੀਤਾ ਹੈ। ਔਰ ਬਹੁਤ ਜਲਦੀ ਤੁਸੀਂ ਦੇਖ ਲੋਗੇ ਉਹਦੀ ਇਨੋਗ੍ਰੇਸ਼ਨ ਕਰੋ ਨਾ, ਤੁਸੀਂ ਕਲੀਅਰ ਕਰੋ। ਨਹੀਂ ਕਹਿੰਦੇ 2200, ਜੈਬਾਨ ਜੀ ਕਹਿੰਦੇ 2200 ਕਰੋੜ ਦਾ ਪ੍ਰੋਜੈਕਟ ਹੈ। 2200 ਕਰੋੜ ਰੁਪਏ ਦਾ ਸੈਕੰਡ ਲਾਰਜੈਸਟ ਪ੍ਰੋਜੈਕਟ ਹੋ ਹੀ ਨਹੀਂ ਸਕਦਾ। ਅਗਰ ਤੁਸੀਂ ਜਮਸ਼ੇਦਪੁਰ ਦੇਖੋ ਤੇ ਉੱਥੇ ਮੇਰਾ ਖਿਆਲ ਕੋਈ 55,000 ਕਰੋੜ ਰੁਪਏ ਦਾ ਉੱਥੇ ਪਲਾਂਟ ਹੈਗਾ। 2200 ਕਰੋੜ ਰੁਪਇਆ ਕੀ ਹੁੰਦਾ ਹੈ? ਇਹ ਐਵੇਂ ਸੈਕੰਡ ਲਾਰਜੈਸਟ ਪਲਾਂਟ ਆਫ ਇੰਡੀਆ। you know per capita ਫਿਗਰ ਬਹੁਤ ਛੋਟੀ ਲੱਗ ਰਹੀ ਹੈ। 2200 ਕਰੋੜ ਰੁਪਏ ਵੈਸੇ ਬਹੁਤ ਵੱਡੀ ਫਿਗਰ ਹੁੰਦੀ ਹੈ। ਠੀਕ ਹੈ, ਤੁਹਾਡਾ ਪੁਆਇੰਟ ਵੈਲਿਡ ਹੈ ਡਾਕਟਰ ਸਾਹਿਬ। ਦੇਖੋ ਏਦਾਂ ਹੈ
ਕਿ ਟਾਟਾ ਉੱਤੋਂ ਸਟੀਲ ਦੀ ਮੈਂ ਟਾਟਾ ਦੇ ਵੱਲੋਂ ਇੱਕ ਵੀ ਹਜੇ ਤੱਕ ਉਹ ਨਹੀਂ ਦੇਖੀ ਹੈ। ਕਿੰਨੇ ਏਕੜ ਜ਼ਮੀਨ ਹੈ ਜੀ? ਕਿੱਥੇ ਜ਼ਮੀਨ ਲੁਧਿਆਣੇ ਚ ਕਿੰਨੇ ਏਕੜ ਜ਼ਮੀਨ ਹੈ? ਸੈਂਕਸ਼ਨ ਹੋ ਚੁੱਕੀ ਹੈ, ਜਿਹੜੀ ਤੁਸੀਂ ਡਿਟੇਲ ਉਹ ਹੈਂਡਓਵਰ ਕਰ ਦਿੱਤੀ ਉਹਨਾਂ ਨੇ? ਨਹੀਂ ਤੁਸੀਂ ਇਦਾਂ ਨਾ, ਤੁਸੀਂ ਕਹਿੰਦੇ ਹੋ ਜੀ ਇਸ ਚ ਇਹ ਨਹੀਂ ਹੈ, ਇਸ ਚ ਇਹ ਨਹੀਂ ਹੈ। ਇਹ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨੂੰ ਤਾਂ ਇਸ ਗੱਲ ਦੀ ਤਕਲੀਫ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਵੇਂ ਬਣ ਗਈ ਔਰ ਕਿਵੇਂ ਇਹ ਲੋਕ ਇੰਡਸਟਰੀ ਲਾਏ। ਤੁਹਾਨੂੰ ਤਾਂ ਇਹੀ ਤਕਲੀਫ ਹੈ। ਤੁਸੀਂ ਜਿਵੇਂ ਹੋਰ ਇੰਡਸਟਰੀਲਿਸਟ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਜਿਵੇਂ ਹੋਰ ਇੰਡਸਟਰੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ, ਅਸੀਂ ਕਿਸੇ ਇੰਡਸਟਰੀ ਨੂੰ ਰੋਕਣ ਨਹੀਂ ਦੇਣਾ ਤੁਹਾਨੂੰ, ਜਿੰਨਾ ਮਰਜ਼ੀ ਜ਼ੋਰ ਤੁਸੀਂ ਲਾਈ ਜਾਓ। ਔਰ ਤੁਸੀਂ ਅੱਜ ਸਾਡੇ ਤੋਂ ਕਹਿ ਰਹੇ ਹੋ ਕਿੱਥੇ ਜ਼ਮੀਨ ਹੈ, ਕਿੱਥੇ ਉਹ ਕੀਤਾ ਤੁਸੀਂ